वाहिगुरु जी का खालसा वाहिगुरु जी की फतेह। परम सन्मान योग सतगुरां दे हजूर जुड़ मिल बैठे रब रूप गुरमुख सत्संगी जन, सतगुरां दी रहमत बख्शिश दा सदका गुरु दर ते जुड़न दा सुभाग समा नसीब होया। सतगुरु जी दी प्यारी अमृतमयी बाणी दा कीर्तन गुरु के प्यारे कीर्तनियां पासों आप जी ने सरवण कीता। सतगुरु गुरु तेग बहादुर साहब महाराज जिन्हां दे संबंध विच दसम पातशाह ने ये गल कही कि गुरु तेग बहादुर साहब महाराज जी ने जो करया उन्हां वरेगा कारज कोई होर नहीं कर सकदा। उन्हां जैसी क्रिया उन्हां तो पहला कदे नहीं किसी ने की। तेग बहादुर सी क्रिया करी ना किन्हू आन। सतगुरु कहते किसे ने नहीं करी, क्योंकि ऐसी हिम्मत ऐसी जुरत हर किसे विच नहीं हुंदी। ऐसी हिम्मत लोग अपने घर नूं बचाउण वास्ते तां कर लैंदे ने, अपने धीआं पुत्तां नूं बचाउण वास्ते लोग बड़ा जोर लाउंदे ने, जद्दोजहद करदे ने, पर किसे दूसरे दे घर नूं बचाउण दे लई कोई ही कोशिश करदा है। कोई अपने घर नूं अग विच सड़दियां बचाउण दे लई लोग यतन करते हैं। जे अपने हथ पैर नूं जरा सेक लग भी जाए तो कोई बहुता फर्क नहीं पैंदा, पर दूसरे दे घर नूं बचाउण दे लई लोग अग विच उतरना नहीं चाहते जां नेड़े नहीं होना चाहते, क्योंकि आप दा नुकसान होवेगा, आप नूं दुख भोगना पवेगा। इस करके सतगुरु कहते कि गुरु तेग बहादुर साहब महाराज वर्गी क्रिया किसी ने नहीं की कि अपना नुकसान करा के किसी दूसरे का घर बचा लिया, अपना आप लुटा के किसी दूसरे नूं बचा लिया। इस करके उन्हां वर्गी क्रिया कोई नहीं कर सकता। गुरु तेग बहादुर साहब महाराज जिन्हां दा प्रकाश 1621 नूं अमृतसर साहिब दी पावन धरती गुरु रामदास महाराज जी दी पावन नगरी, उस स्थान ते गुरु के महलां विच होया। माता नानकी दी कुखों गुरु हरगोबिंद साहब महाराज जी ने जदों आके अपने पुत्र नूं वेख्या तां गुरु हरगोबिंद साहब महाराज जी ने वेख के आख्या कि ये तेग दा धनी होवेगा, ये
ਦੂਸਰਿਆਂ ਦੀ ਖਾਤਰ ਆਪਣਾ ਆਪਾ ਵਾਰਨ ਦੀ ਸਮਰੱਥਾ ਰੱਖਣ ਵਾਲਾ ਸੂਰਮਾ ਪੈਦਾ ਹੋਇਆ। ਬਾਬਾ ਬੁੱਢਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੁੱਤਰ ਨੂੰ ਜਦੋਂ ਕਿਹਾ ਨਾ ਕਿ ਤੇਗ ਦਾ ਧਨੀ ਹੋਵੇਗਾ, ਇਸ ਲਈ ਅਸੀਂ ਇਸ ਦਾ ਨਾਮ ਤੇਗ ਬਹਾਦਰ ਰੱਖਦੇ ਹਾਂ ਕਿ ਤੇਗ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ, ਉਹਨਾਂ ਨੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਉਹਨਾਂ ਨੇ ਕੁਝ ਪਿਆਰੀਆਂ ਗੱਲਾਂ ਕਹੀਆਂ। ਬਾਬਾ ਬੁੱਢਾ ਜੀ ਨੇ ਕਿਹਾ ਕਿ ਮੇਰੇ ਇਹ ਬਹੁਤ ਵੱਡੇ ਭਾਗ ਹੋਣਗੇ, ਇਹ ਗੁਰੂ ਦੀ ਮੇਰੇ ਤੇ ਕਿੱਡੀ ਵੱਡੀ ਰਹਿਮਤ ਹੈ ਕਿ ਇਸ ਗੁਰੂ ਰੂਪ, ਇਸ ਗੁਰੂ ਸਰੀਰ ਦੇ ਦਰਸ਼ਨ ਦੀਦਾਰ ਕਰਨ ਲਈ ਗੁਰੂ ਸਾਹਿਬ ਨੇ ਹਾਲੇ ਤੱਕ ਮੈਨੂੰ ਜਿਉਂਦਾ ਰੱਖਿਆ। ਇਸ ਸਹਿਜ਼ਾਦੇ ਦੇ ਦਰਸ਼ਨ ਦੀਦਾਰ ਕਰਨ ਲਈ ਵਾਹਿਗੁਰੂ ਨੇ ਮੈਨੂੰ ਜਿਉਂਦਾ ਰੱਖਿਆ, ਇਸ ਲਈ ਮੇਰੇ ਵੱਡੇ ਭਾਗ ਨੇ ਕਿ ਇਸ ਤੇਗ ਦੇ ਧਨੀ ਆਪਣਾ ਆਪਾ ਵਾਰਨ ਵਾਲੇ ਇਸ ਸੂਰਮੇ ਦੇ ਦਰਸ਼ਨ ਦੀਦਾਰ ਮੈਨੂੰ ਨਸੀਬ ਹੋਏ। ਬਾਬਾ ਬੁੱਢਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਉਹਨਾਂ ਨੂੰ ਸਿਰ ਝੁਕਾਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਕੁਝ ਕੁ ਘਟਨਾਵਾਂ ਵਾਪਰਦੀਆਂ ਨੇ। ਅਕਸਰ ਤੁਸੀਂ ਇਹ ਗੱਲ ਸੁਣਦੇ ਹੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਨਾ, ਉਹ ਬਹੁਤ ਬੈਰਾਗਮਈ ਹੈ। ਇਸ ਲਈ ਜਦੋਂ ਤੁਸੀਂ ਉਹਨਾਂ ਦੀ ਬਾਣੀ ਪੜ੍ਹੋਗੇ, ਉਹਨਾਂ ਦੇ ਸ਼ਬਦਾਂ ਵਿੱਚ ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਤੁਹਾਨੂੰ ਮਿਲੇਗਾ। ਜਿਵੇਂ ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਸ ਤਰ੍ਹਾਂ ਪ੍ਰੀਤਮ ਜਾਣ ਲਿਹੋ ਮਨ ਮਾਹੀ, ਇਸ ਤਰ੍ਹਾਂ ਦੇ ਸ਼ਬਦ ਕਿ ਜਿਨ੍ਹਾਂ ਨੂੰ ਪੜ੍ਹ ਕੇ ਲੋਕ ਸਮਝਦੇ ਨੇ ਕਿ ਇਹ ਬੈਰਾਗਮਈ ਸ਼ਬਦ ਨੇ, ਕਿਉਂਕਿ ਇਹਨਾਂ ਵਿੱਚ ਜਗਤ ਦਾ ਸੱਚ ਦੱਸਿਆ ਗਿਆ ਕਿ ਜਗਤ ਝੂਠ ਹੈ, ਇੱਥੇ ਕੋਈ ਨਹੀਂ ਰਹੇਗਾ, ਸਭ ਨੇ ਇੱਥੋਂ ਤੁਰ ਜਾਣਾ ਹੈ, ਜਗਤ ਨਾਲ ਮੋਹ ਨਹੀਂ ਪਾਉਣਾ ਚਾਹੀਦਾ, ਪਰਮੇਸ਼ਰ ਨਾਲ ਪ੍ਰੇਮ ਪਾਉਣਾ ਚਾਹੀਦਾ। ਲੋਕ ਵੈਰਾਗਮਈ ਸ਼ਬਦ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ। ਉਹਨਾਂ ਦੇ ਸਾਰੇ ਸ਼ਬਦ ਲਗਭਗ ਐਸੇ ਹੀ ਨੇ। ਇਸ ਲਈ ਥੋੜ੍ਹਾ ਜਿਹਾ ਸਾਨੂੰ ਉਹਨਾਂ ਦੇ ਬਚਪਨ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਜਾਣਨਾ ਪਵੇਗਾ, ਕਿਉਂਕਿ ਜੋ ਕੁਝ ਸਾਡੇ ਬਚਪਨ ਵਿੱਚ ਸਾਡੇ ਨਾਲ ਵਾਪਰਦਾ, ਉਹ ਗੱਲਾਂ, ਉਹ ਚੀਜ਼ਾਂ ਸਾਡੇ ਦਿਲ ਦਿਮਾਗ 'ਤੇ ਬਹੁਤ ਗਹਿਰਾ ਅਸਰ ਕਰਦੀਆਂ, ਬਹੁਤ ਗਹਿਰਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਉਮਰ ਹਾਲੇ 7 ਕੁ ਸਾਲ ਦੀ ਸੀ ਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਪਹਿਲੀ ਮੌਤ ਦੇਖੀ ਹੈ ਮਾਤਾ ਗੰਗਾ ਜੀ। ਮਾਤਾ ਗੰਗਾ ਜੀ ਦਾ ਅਕਾਲ ਚਲਾਣਾ ਹੁੰਦਾ। ਮਾਤਾ ਗੰਗਾ ਜੀ ਦੇ ਅਕਾਲ ਚਲਾਣੇ ਤੋਂ ਥੋੜੇ ਸਮੇਂ ਬਾਅਦ ਹੀ, ਬਹੁਤਾ ਸਮਾਂ ਨਹੀਂ ਪਿਆ, ਥੋੜੇ ਸਮੇਂ ਬਾਅਦ ਹੀ ਉਹਨਾਂ ਦੇ ਘਰ ਵਿੱਚ ਇੱਕ ਹੋਰ ਮੌਤ ਹੋ ਜਾਂਦੀ। ਲਗਾਤਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੋਈ 10 ਕੁ ਸਾਲ ਦੇ ਵਿੱਚ 10-12 ਪ੍ਰਾਣੀਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਇਸ ਦੁਨੀਆ ਤੋਂ ਜਾਂਦਿਆਂ ਦੇਖਿਆ। 10-12 ਪ੍ਰਾਣੀ ਉਹਨਾਂ ਦੇ ਘਰ ਦੇ ਜੀ।
माता दमोदरी जी, बाबा श्री चंद, बाबा बुढ़ा जी, भाई गुरदास, बाबा गुरदित्ता जी, बाबा अटल जी, गुरु तेग बहादुर साहब महाराज दी मासी मासड़, वो दोनों जी। इस तरह उन्होंने अपने घर दे विच कई जियां नूं इस दुनिया तो जांदियां देखिया। ते मौत एक ऐसी चीज़ है जिहड़ी बड़ा गहरा असर करदी बंदे दे उत्ते, बड़ा गहरा प्रभाव छड्डदी है जे लोग समझण तां। साडे लोग मौत नूं जिन्नी जल्दी भुल सकण उन्ना जल्दी भुलाउण दा यतन करदे ने। जे किसी दे घर विच मौत हो जाती है तो लोग छेती छेती उस तो मूव ऑन होने की कोशिश करते हैं कि छेती छेती बस छेती छेती काम नवेड़ो, छेती छेती संस्कार करो, छेती छेती भोग पाओ, छेती छेती इस बंदे दियां अस्थियां बरवाह करके आओ, उहदी कोई चीज़ घर नहीं रखनी, जल्दी जल्दी। क्यों कि किते उहदी याद सानू अपनी मौत की याद ना दिवावे। लोग उस बंदे तो नहीं डरते जिहड़ा मर गया, लोग उहदी आत्मा तो नहीं डरते, लोग इस गल तो डरते ने कि असी ना मर जाइए। किसी दी आत्मा किसी दा कुछ नहीं बिगाड़ सकती। सानू डर हुंदा है कि किते साडी मौत ना हो जाए, इस करके डरते हैं, होर कोई गल नहीं है। मौत बड़ा गहरा असर पाउंदी है साडे मन ते जे उसनू समझ लईए, जे किसी दूसरे की मौत विचों अपनी मौत देख लईए। तुसीं जरा लगातार 8-10 दिन शमशान घाट जाओ, लगातार कंटिन्यू। ਜਦੋਂ रोज़ तुसीं शमशान घाट विच किसी ना किसी प्राणी नूं चिखा ते अगन भेंट हुंदिआं रोज़ देखोगे ਤਾਂ इस गल का गहरा असर सुभाविक ही मन ते पवेगा। मन नूं प्रतीत होएगा कि एक दिन तू भी इत्थे ही चिखा दे विच सड़ जाना है। इसलिए माया वल्लों संसार वल्लों मोह अपने आप टुटेगा। इसलिए तो लोग शमशान घाट के कोलों दी गुजरना नहीं चाहते, इसे करके क्योंकि मौत चेते आ जाती है। गुरु तेग बहादुर साहब महाराज जी के जीवन विच बचपन विच ये कुछ घटनावां वापरियां ते इन्हां दा सुभाविक ही जीवन दे विच असर होना ही सी। इसलिए वो माया तो उपराम ही रहे। इसलिए वो भगती वाले पासे नूं, सिमरन वाले पासे नूं, वाहिगुरू दी बंदगी करन वाले पासे नूं ज़्यादा उन्हां दी रुचि हो गई, क्योंकि उन्होंने जान लिया कि जीवन की सच्चाई यही है कि मरना सच है, जीना झूठ है। ये जान लिया। गुरु तेग बहादुर साहब महाराज उन्हां वर्गी किरिया सतगुरु कहंदे कोई नहीं कर सकता। इसलिए अपने भरा दे वड्डे भरा दे विआह ते वो अपने तन दे सारे कपड़े ला के किसी गरीब नूं दे आउंदे ने। माँ ने तैयार करके भेजा, पर थोड़ी देर बाद वापस आ गए। वापस आए तो देखा कि तन ते कपड़ा ही नहीं है, कि बड़े महंगे कपड़े पाए सन, सब दे के आ गए। इसलिए जिहड़ा किसी दूसरे दा तन नंगा नहीं देख सकता सी, जिहड़ा किसी दूसरे नूं सर्दी दे विच ठरदियां होया नहीं सी देख सकता, वो किसी दूसरे दे धर्म दे उपर जदों मुसीबत आ पई तां इस गल नूं किवें देख सकदा सी।
ਇਸ ਲਈ ਗੁਰੂ ਸਾਹਿਬ ਵਰਗੀ ਕਿਰਿਆ ਕੋਈ ਹੋਰ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 14-15 ਸਾਲ ਦੀ ਉਮਰ ਵਿੱਚ ਤਲਵਾਰ ਫੜ ਕੇ ਮੈਦਾਨੇ ਜੰਗ ਦੇ ਵਿੱਚ ਉਹਨਾਂ ਨੇ ਬਹਾਦਰੀ ਦੇ ਜੌਹਰ ਵਿਖਾਏ। ਉਹਨਾਂ ਦਾ ਵਿਆਹ ਹੋਇਆ ਹਾਲੇ ਬਹੁਤਾ ਸਮਾਂ ਨਹੀਂ ਸੀ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਵਿਆਹ ਬਹੁਤਾ ਸਮਾਂ ਨਹੀਂ ਸੀ ਹੋਇਆ। ਕਰਤਾਰਪੁਰ ਸਾਹਿਬ ਦੇ ਵਿੱਚ ਹੋਇਆ ਤੇ ਇੱਥੇ ਹੀ ਗੁਰੂ ਸਾਹਿਬ ਨੂੰ ਜੰਗ ਕਰਨੀ ਪੈ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਦੋਂ ਜੰਗ ਆ ਪਈ ਤਾਂ ਫਿਰ ਉਹਦੇ ਤੋਂ ਭੱਜਿਆ ਤੇ ਜਾ ਸਕਦਾ ਨਹੀਂ, ਇਸ ਲਈ ਸਤਿਗੁਰੂ ਨੇ ਮੁਕਾਬਲਾ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੇਸ਼ੱਕ ਉਮਰ ਛੋਟੀ ਹੈ ਪਰ ਉਹ ਮੈਦਾਨੇ ਜੰਗ ਵਿੱਚ ਜੂਝੇ। ਮਾਤਾ ਨਾਨਕੀ ਨੇ ਸੁਨੇਹਾ ਭੇਜਿਆ ਸਿੱਖ ਦੇ ਹੱਥ ਕਿ ਜਾਓ ਤੇਗ ਬਹਾਦਰ ਨੂੰ ਜਾ ਕੇ ਕਹੋ ਕਿ ਉਹ ਥੱਕ ਗਿਆ ਹੋਵੇਗਾ, ਉਹ ਹਲੇ ਛੋਟਾ ਹੈ, ਹਲੇ ਬੱਚਾ ਹੈ, ਉਹ ਥੱਕ ਗਿਆ ਹੋਵੇਗਾ, ਉਹ ਵਾਪਸ ਆ ਜਾਵੇ। ਬਹੁਤ ਸਾਰੇ ਸਿੱਖ ਨੇ, ਬਹੁਤ ਸਾਰੇ ਸਾਡੇ ਸਿਪਾਹੀ ਨੇ ਜਿਹੜੇ ਜੂਝ ਰਹੇ ਨੇ, ਜਿਹੜੇ ਲੜ ਰਹੇ ਨੇ ਵੈਰੀਆਂ ਨਾਲ, ਉਹਨਾਂ ਨੂੰ ਕਹੋ ਕਿ ਵਾਪਸ ਆ ਜਾਣ। ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾ ਕੇ ਉਹ ਸਿੱਖ ਮਿਲਿਆ ਤੇ ਉਸਨੇ ਮਾਤਾ ਜੀ ਦਾ ਸੁਨੇਹਾ ਦਿੱਤਾ। ਮਾਤਾ ਜੀ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਮਾਤਾ ਜੀ ਨੇ ਕਿਹਾ ਕਿ ਤੁਸੀਂ ਵਾਪਸ ਆ ਜਾਓ, ਤੁਸੀਂ ਹਾਲੇ ਛੋਟੇ ਹੋ, ਥੱਕ ਗਏ ਹੋਵੋਗੇ, ਬਹੁਤ ਦੇਰ ਹੋ ਗਈ ਤੁਹਾਨੂੰ ਇੱਥੇ ਜੂਝਦਿਆਂ। ਗੁਰੂ ਤੇਗ ਬਹਾਦਰ ਸਾਹਿਬ ਦਾ ਜਵਾਬ ਬੜਾ ਪਿਆਰਾ ਸੀ। ਉਹਨਾਂ ਨੇ ਕਿਹਾ ਕਿ ਮਾਤਾ ਨੂੰ ਜਾ ਕੇ ਸਾਡਾ ਸੁਨੇਹਾ ਦਿਓ ਕਿ ਮੈਦਾਨੇ ਜੰਗ ਵਿੱਚੋਂ ਸਿਪਾਹੀ ਦੋ ਹੀ ਹਾਲਤਾਂ ਵਿੱਚ ਵਾਪਸ ਆਉਂਦਾ, ਜਾਂ ਤਾਂ ਉਹ ਜੰਗ ਜਿੱਤ ਕੇ ਆਵੇ ਜਾਂ ਉਹ ਸ਼ਹੀਦ ਹੋ ਕੇ ਆਵੇ। ਦੋ ਹੀ ਤਰੀਕਿਆਂ ਨਾਲ ਮੈਦਾਨੇ ਜੰਗ ਵਿੱਚੋਂ ਵਾਪਸੀ ਹੁੰਦੀ ਹੈ, ਜਾਂ ਜਿੱਤ ਕੇ ਜਾਂ ਮਰ ਕੇ, ਤੀਸਰਾ ਕੋਈ ਰਾਹ ਨਹੀਂ ਹੈ। ਇਸ ਲਈ ਉਹਨਾਂ ਨੇ ਆਪਣੇ ਬਚਪਨ ਵਿੱਚ ਬਹਾਦਰੀ ਦੇ ਜੌਹਰ ਵੀ ਵਿਖਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੁੱਤਰ ਨੂੰ ਇਸ ਜੰਗ ਤੋਂ ਬਾਅਦ ਬੜਾ ਪਿਆਰ ਸਤਿਕਾਰ ਦਿੱਤਾ ਕਿ ਤੇਗ ਬਹਾਦਰ ਨੇ ਬੜੀ ਤੇਗ ਵਹਾਈ। ਕੁਝ ਸਾਖੀਕਾਰਾਂ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਹਿਲਾ ਨਾਮ ਤਿਆਗਮੱਲ ਸੀ। ਇਸ ਜੰਗ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ। ਕੁਝ ਕੁ ਦਾ ਇਹ ਖਿਆਲ ਹੈ, ਬਾਕੀ ਸਭ ਗੁਰੂ ਸਾਹਿਬ ਦਾ ਨਾਮ ਤੇਗ ਬਹਾਦਰ ਉਹਨਾਂ ਦੇ ਜਨਮ ਤੋਂ ਹੀ ਮੰਨਦੇ ਨੇ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਬਹਾਦਰੀ ਦੇ ਜੌਹਰ ਵਿਖਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਥਾਂ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਗੁਰਤਾ ਗੱਦੀ ਤੇ ਬੈਠਣ ਦੇ ਯੋਗ ਜਾਣ ਕੇ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਠਾਇਆ। ਗੁਰੂ ਹਰ ਰਾਏ ਸਾਹਿਬ ਮਹਾਰਾਜ ਉਹਨਾਂ ਨੇ ਆਪਣਾ ਸਮਾਂ ਸਿੱਖੀ ਦੇ ਪ੍ਰਚਾਰ ਵਿੱਚ ਵੱਖ-ਵੱਖ ਥਾਈਂ ਵਿਚਰ ਕੇ, ਕੀਰਤਪੁਰ ਸਾਹਿਬ ਰਹਿ ਕੇ ਉਹਨਾਂ ਨੇ ਸਿੱਖੀ ਦਾ ਬਹੁਤ ਪ੍ਰਚਾਰ ਪ੍ਰਸਾਰ ਕਰਿਆ। ਉਹਨਾਂ ਨੇ ਆਪਣਾ ਸਮਾਂ ਨੇੜੇ ਜਾਣ ਕੇ ਕਿ ਹੁਣ ਇਸ ਸਰੀਰ ਨੂੰ ਤਿਆਗਣ ਦਾ ਸਮਾਂ ਹੈ, ਤਾਂ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਆਪਣੀ ਥਾਂ ਬਿਠਾ ਕੇ ਗੁਰੂ ਥਾਪ ਦਿੱਤਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਨੂੰ ਲੋਕਾਂ ਨੇ ਬਾਲਕ ਜਾਣਿਆ, ਪਰ ਉਹਨਾਂ ਦੀ ਮਹਿਮਾ ਉਹਨਾਂ ਨੂੰ ਮਿਲਣ ਵਾਲੇ ਹੀ ਜਾਣ ਸਕੇ। ਜਿਹੜਾ ਵੀ ਉਹਨਾਂ ਨੂੰ ਮਿਲਿਆ ਉਸਨੇ ਜਾਣਿਆ ਕਿ ਦੇਖਣ ਨੂੰ ਬੇਸ਼ੱਕ ਬਾਲਕ ਨੇ, ਪਰ ਇਹਨਾਂ ਦੀਆਂ ਗੱਲਾਂ, ਇਹਨਾਂ ਦੇ ਬਚਨ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੀ ਰੂਪ ਨੇ।
ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਿੱਲੀ ਵਿਖੇ ਉਹਨਾਂ ਨੇ ਸਰੀਰ ਤਿਆਗਿਆ। ਸਰੀਰ ਤਿਆਗਣ ਤੋਂ ਪਹਿਲਾਂ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜ਼ਿਕਰ ਕੀਤਾ। ਜਦੋਂ ਉਹਨਾਂ ਨੇ ਜਾਣਿਆ ਕਿ ਹੁਣ ਸਾਡੇ ਸਰੀਰ ਨੂੰ ਤਿਆਗਣ ਦਾ ਵਕਤ ਆ ਗਿਆ, ਤਾਂ ਸਿੱਖਾਂ ਨੇ ਬੇਨਤੀ ਕੀਤੀ ਕਿ ਕਿਰਪਾ ਕਰੋ, ਤੁਹਾਡੀ ਥਾਂ ਤੁਹਾਡੇ ਤੋਂ ਬਾਅਦ ਕੌਣ ਬੈਠੇਗਾ? ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਇਹ ਗੱਲ ਕਹੀ ਜੋ ਭੱਟ ਬਈਆਂ ਵਿੱਚ ਲਿਖੀ। ਭੱਟ ਬਈਆਂ ਵਿੱਚ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਫ਼-ਸਾਫ਼ ਨਾਮ ਵੀ ਲਿਖਿਆ। ਭੱਟ ਬਈਆਂ ਵਿੱਚ ਲਿਖਿਆ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਿਹਾ ਕਿ ਗੁਰੂ ਤੇਗ ਬਹਾਦਰ, ਬਾਬਾ ਗੁਰੂ ਤੇਗ ਬਹਾਦਰ ਜੋ ਗ੍ਰਾਮ ਬਕਾਲੇ ਦੇ ਵਿੱਚ ਵਸਦੇ ਨੇ, ਆਹ ਗੁਰਿਆਈ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਉਹਨਾਂ ਦੇ ਚਰਨਾਂ ਵਿੱਚ ਰੱਖ ਕੇ ਸਾਡੇ ਤਰਫੋਂ ਮੱਥਾ ਟੇਕ ਦਿਓ। ਬਾਬਾ ਵਸੈ ਗ੍ਰਾਮ ਬਕਾਲੇ। ਇਸ ਲਈ ਬਕਾਲੇ ਦੇ ਵਿੱਚ ਉਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਲਾਂ ਵੀ ਮੁਲਾਕਾਤ ਹੋ ਚੁੱਕੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਾਣਦੇ ਸਨ ਕਿ ਬਕਾਲੇ ਦੇ ਵਿੱਚ ਕੌਣ ਵਸਦਾ ਹੈ। ਸਿੱਖਾਂ ਨੂੰ ਵੀ ਪਤਾ ਸੀ ਕਿ ਬਕਾਲੇ ਦੇ ਵਿੱਚ ਕੌਣ ਰਹਿੰਦਾ। ਜਿਹੜੀ ਗੱਲ ਇਹ ਭਰਮ ਭੁਲੇਖਾ ਪੈ ਗਿਆ ਕਿ ਬਕਾਲੇ ਦੇ ਵਿੱਚ ਬਹੁਤ ਸਾਰੇ ਲੋਕ ਆ ਕੇ ਵਸ ਗਏ, ਉਹਦਾ ਕਾਰਨ ਇਹ ਸੀ ਕਿ ਜਿਨ੍ਹਾਂ ਸਿੱਖਾਂ ਨੂੰ ਗੁਰੂ ਸਾਹਿਬ ਨੇ ਇਹ ਹੁਕਮ ਕੀਤਾ ਸੀ ਕਿ ਬਾਬਾ ਬਕਾਲੇ ਹੈ, ਉਹਨਾਂ ਨੂੰ ਜਾ ਕੇ ਗੁਰਤਾ ਗੱਦੀ ਦੇ ਕੇ ਰਸਮ ਪੂਰੀ ਕਰੋ, ਤਾਂ ਦਿੱਲੀ ਤੋਂ ਪੰਜਾਬ ਆਉਣ ਨੂੰ ਸਿੱਖਾਂ ਨੂੰ ਕੁਝ ਸਮਾਂ ਲੱਗ ਗਿਆ। ਉੱਥੇ ਰੁਝੇਵਿਆਂ ਕਾਰਨ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਸੰਸਕਾਰ ਕਾਰਨ, ਕਿਉਂਕਿ ਇਹ ਤੇ ਹੈ ਨਹੀਂ ਸੀ ਕਿ ਉਸੇ ਦਿਨ ਗੁਰੂ ਸਾਹਿਬ ਦਾ ਸੰਸਕਾਰ ਕਰ ਦੇਣਾ ਸੀ। ਕੁਝ ਦਿਨ ਲੱਗੇ ਹੋਣਗੇ, ਸੰਗਤਾਂ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ ਹੋਣਗੀਆਂ, ਇਸ ਕਰਕੇ ਕਾਫੀ ਸਮਾਂ ਲੱਗਿਆ। ਫਿਰ ਸਾਖੀਕਾਰ ਕਹਿੰਦੇ ਨੇ ਕਿ 4 ਕੁ ਮਹੀਨੇ ਦਾ ਸਮਾਂ ਲੱਗ ਗਿਆ ਦਿੱਲੀੋਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਸਿੱਖਾਂ ਨੂੰ ਪਹੁੰਚਦਿਆਂ। ਇਸ 4 ਮਹੀਨੇ ਦੇ ਵਿੱਚ ਇਹ ਗੱਲ ਦਿੱਲੀ ਤੋਂ ਕਿਸੇ ਤਰ੍ਹਾਂ ਧੀਰਮੱਲ ਤੇ ਹੋਰ ਪਖੰਡੀਆਂ ਤੱਕ ਪਹੁੰਚ ਗਈ। ਉਹਨਾਂ ਨੇ ਬਕਾਲੇ ਆ ਕੇ ਡੇਰਾ ਲਾ ਲਿਆ। ਉਹਨਾਂ ਨੇ ਬਕਾਲੇ ਆ ਕੇ ਡੇਰਾ ਲਾ ਲਿਆ ਤੇ ਇਸ 4 ਮਹੀਨੇ ਵਿੱਚ ਉਹ ਵੱਖ-ਵੱਖ ਥਾਈਂ ਬਕਾਲੇ ਦੇ ਵਿੱਚ ਆ ਕੇ ਮੰਜੀਆਂ ਲਾ ਕੇ ਬੈਠ ਗਏ, ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ। ਜਦੋਂ ਇਹ ਕਹਾਣੀ ਵਾਪਰੀ ਤਾਂ ਫਿਰ ਭਾਈ ਮੱਖਣ ਸ਼ਾਹ ਵਰਗੇ, ਜਿਨ੍ਹਾਂ ਨੇ ਗੁਰੂ ਦੇ ਲਈ ਆਪਣਾ ਜੀਵਨ ਲੇਖੇ ਲਾਇਆ, ਸਾਰਾ ਜੀਵਨ ਜਿਨ੍ਹਾਂ ਨੇ ਗੁਰੂ ਦੇ ਲਈ ਸਮਰਪਿਤ ਕੀਤਾ ਹੋਵੇ, ਉਹਨਾਂ ਗੁਰਸਿੱਖਾਂ ਨੇ ਉਹਦਾ ਆਗਮਨ ਹੁੰਦਾ ਹੈ। ਇਸ ਸਮੇਂ ਦੌਰਾਨ ਜਦੋਂ ਵੱਖ-ਵੱਖ ਪਖੰਡੀ ਗੁਰੂ ਬਣ ਕੇ ਬਹਿ ਗਏ ਤਾਂ 4 ਮਹੀਨੇ ਦਾ ਸਮਾਂ ਹੋ ਗਿਆ। ਭਾਈ ਦਰਗਾਹ ਮੱਲ ਉਹ ਦਿੱਲੀੋਂ ਚੱਲ ਕੇ ਸੰਗਤ ਦਾ ਜਥਾ ਲੈ ਕੇ ਉਹ ਪਹੁੰਚੇ ਬਕਾਲੇ। ਬਕਾਲੇ ਆ ਕੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣ ਦੀ ਰਸਮ ਪੂਰੀ ਕੀਤੀ। ਜਦੋਂ ਰਸਮ ਪੂਰੀ ਹੋ ਗਈ ਤਾਂ ਸਿੱਖਾਂ ਨੇ ਕਿਹਾ ਕਿ ਸਤਿਗੁਰੂ ਜੀ ਤੁਸੀਂ ਹੁਣ ਤਖਤ ਤੇ ਵਿਰਾਜਮਾਨ ਹੋਵੋ ਤਾਂ ਕਿ ਸਭ ਨੂੰ ਪਤਾ ਚੱਲ ਸਕੇ ਕਿ ਅਸਲ ਵਿੱਚ ਗੁਰੂ ਕੌਣ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਨਹੀਂ, ਹਾਲੇ ਨਹੀਂ, ਹਾਲੇ ਜਰਾ ਤਮਾਸ਼ਾ ਹੋਰ ਹੋਣ ਦੇਵੋ, ਹਾਲੇ ਜਰਾ ਵੇਖੋ ਕੌਤਕ ਕੀ ਵਾਪਰਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦੋਂ ਸਿੱਖਾਂ ਨੂੰ ਇੰਜ ਕਿਹਾ ਤਾਂ ਸਿੱਖ ਫਿਰ ਕੀ ਕਰ ਸਕਦੇ ਸਨ? ਸਿੱਖ ਜਾਣਦੇ ਸਨ ਕਿ ਗੁਰੂ ਕੌਣ ਹੈ। ਪਖੰਡ ਨੂੰ ਜਦ ਤੱਕ ਪਖੰਡ ਪੂਰਾ ਅਤੀ ਤੇ ਨਾ ਪਹੁੰਚ ਜਾਵੇ ਨਾ, ਉਦੋਂ ਤੱਕ ਮਿਟਦਾ ਨਹੀਂ। ਪਖੰਡ ਦੀ ਵੀ ਹੱਦ ਹੈ ਨਾ। ਜਦੋਂ ਪੂਰਾ ਹਰ ਚੀਜ਼ ਦਾ ਸੁਭਾਵ ਹੈ ਕਿ ਜਦੋਂ ਵੀ ਕੋਈ ਚੀਜ਼ ਅੱਤ ਤੇ ਪਹੁੰਚਦੀ ਹੈ ਤਾਂ ਉਦੋਂ ਉਹਦਾ ਅੰਤ ਹੁੰਦਾ। ਧੀਰਮਲ ਹੋਣਾ ਨੇ ਪੂਰਾ
ਅੱਤ ਕੀਤੀ ਪਖੰਡ ਦੀ ਜਿੰਨੇ ਵੀ ਸਨ। ਤਾਂ ਭਾਈ ਮੱਖਣ ਸ਼ਾਹ ਲੁਬਾਣਾ ਉਸ ਨੇ ਗੁਰੂ ਸਾਹਿਬ ਜੀ ਦੇ ਹਜ਼ੂਰ ਪਹੁੰਚ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪ੍ਰਗਟ ਕੀਤਾ। ਉਹਨੇ ਪਖੰਡੀਆਂ ਦਾ ਪਖੰਡ ਉਜਾਗਰ ਕਰ ਦਿੱਤਾ। ਖਿਆਲ ਰੱਖਣਾ ਕਿ ਗੁਰੂ ਨੂੰ ਪ੍ਰਗਟ ਕਰਨ ਲਈ, ਗੁਰੂ ਨੂੰ ਜਾਣਨ ਲਈ ਭਾਈ ਮੱਖਣ ਸ਼ਾਹ ਵਰਗੀ ਅੱਖ ਚਾਹੀਦੀ ਹੈ ਗੁਰੂ ਨੂੰ ਦੇਖਣ ਲਈ। ਉਸ ਅੱਖ ਤੋਂ ਬਿਨਾਂ ਗੁਰੂ ਦਿਸਦਾ ਨਹੀਂ, ਉਸ ਅੱਖ ਤੋਂ ਬਿਨਾਂ। ਕਿਉਂਕਿ ਸਿੱਖ ਜਾਣਦਾ ਹੈ ਕਿ ਗੁਰੂ ਨੂੰ ਮਾਇਆ ਨਾਲ ਕੋਈ ਮਤਲਬ ਨਹੀਂ। ਬੇਸ਼ੱਕ ਭਾਈ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੀ ਕਿ ਮੈਂ ਇੰਨੀ ਭੇਟਾ ਤੁਹਾਡੇ ਚਰਨਾਂ ਵਿੱਚ ਭੇਂਟ ਕਰਾਂਗਾ, ਕਿਰਪਾ ਕਰੋ ਮੇਰਾ ਬੇੜਾ ਬੰਨੇ ਲਾਓ। ਗੁਰੂ ਨੂੰ ਕਿਸੇ ਸਿੱਖ ਦੀ ਭੇਟਾ ਨਹੀਂ ਚਾਹੀਦੀ, ਉਹ ਤਾਂ ਸਿਰਫ ਇੱਕ ਬਹਾਨਾ ਸੀ। ਇਸ ਨੂੰ ਸਮਝੋ ਕਿ ਗੁਰੂ ਸਾਡੇ ਪ੍ਰੇਮ ਦਾ ਭੁੱਖਾ ਹੈ। ਹੁਣ ਇਸ ਗੱਲ ਦਾ ਭਾਈ ਮੱਖਣ ਸ਼ਾਹ ਨੂੰ ਵੀ ਪਤਾ ਹੈ, ਜਦੋਂ ਉਸ ਨੇ ਆਪਣੀ ਭੇਟਾ ਸਾਰਿਆਂ ਦੇ ਸਾਹਮਣੇ ਰੱਖੀ ਤਾਂ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਜਿਹਦੇ ਸਾਹਮਣੇ ਜਿੰਨੀਆਂ ਮੋਹਰਾਂ ਰੱਖੀਆਂ ਉਹਨੇ ਉਨੀਆਂ ਚੁੱਪਚਾਪ ਚੱਕ ਲਈਆਂ। ਕੋਈ ਕਿੰਤੂ ਪਰੰਤੂ ਨਹੀਂ, ਕੋਈ ਸਵਾਲ ਜਵਾਬ ਨਹੀਂ, ਕੁਛ ਨਹੀਂ, ਬਸ ਆਸ਼ੀਰਵਾਦ ਦਿੱਤਾ। ਆਸ਼ੀਰਵਾਦ ਤਾਂ ਕੋਈ ਵੀ ਦੇ ਦੇਗਾ। ਸਿਰ ਤੇ ਹੱਥ ਰੱਖਣਾ ਕਿੰਨਾ ਕੁ ਔਖਾ ਕੰਮ ਹੁੰਦਾ, ਕੋਈ ਵੀ ਸਿਰ ਤੇ ਹੱਥ ਰੱਖ ਦੇਗਾ। ਪਰ ਕੱਲਾ ਸਿਰ ਤੇ ਹੱਥ ਰੱਖਣਾ ਕਾਫੀ ਨਹੀਂ ਹੁੰਦਾ। ਕੱਲਾ ਅਸੀਸ ਦੇ ਦੇਣੀ ਇਹ ਕਾਫੀ ਨਹੀਂ ਹੁੰਦੀ, ਕਿਉਂਕਿ ਉਸ ਅਸੀਸ ਦੇ ਵਿੱਚ ਵੀ ਫਰਕ ਹੈ ਜਿਹੜੀ ਗੁਰੂ ਦਿੰਦਾ ਹੈ। ਗੁਰੂ ਦੇ ਆਸ਼ੀਰਵਾਦ ਵਿੱਚ ਵੀ ਅੰਤਰ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਜਦੋਂ ਭਾਈ ਮੱਖਣ ਸ਼ਾਹ ਆਇਆ, ਭਾਈ ਮੱਖਣ ਸ਼ਾਹ ਨੂੰ ਸ਼ੱਕ ਉਸ ਵੇਲੇ ਪਿਆ, ਕਿਉਂਕਿ ਜਿੰਨਿਆਂ ਦੇ ਕੋਲ ਉਹਨਾਂ ਨੇ ਜਿੰਨੀਆਂ ਵੀ ਮੋਹਰਾਂ ਧਰੀਆਂ ਸਭ ਨੇ ਚੁੱਕ ਲਈਆਂ, ਕਿਸੇ ਨੇ ਕੁਛ ਨਹੀਂ ਕਿਹਾ। ਉਸਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੰਨੇ ਸਾਰੇ ਗੁਰੂ ਬਣ ਬੈਠੇ ਹੋਣ ਤੇ ਕਿਸੇ ਨੇ ਵੀ ਮੱਖਣ ਸ਼ਾਹ ਦੇ ਕੋਲੋਂ ਉਹ ਭੇਟਾ ਨਾ ਮੰਗੀ ਹੋਵੇ ਜਿਹੜੀ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੀ। ਭਾਈ ਮੱਖਣ ਸ਼ਾਹ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਪਹੁੰਚੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿੱਥੇ ਵਿਰਾਜਮਾਨ ਸਨ ਉੱਥੇ ਕੋਈ ਨਹੀਂ ਸੀ। ਜਿਵੇਂ ਬਾਕੀਆਂ ਦੇ ਕੋਲ, ਬਾਕੀ ਮਸੰਦਾਂ ਦੇ ਕੋਲ ਜਾਂ ਧੀਰਮਲ ਵਾਲਿਆਂ ਕੋਲ ਬਹੁਤ ਸਾਰੇ ਉਹਨਾਂ ਦੇ ਆਪਣੇ ਨੌਕਰ ਸੇਵਕ ਸੀ, ਉਹ ਬਾਹਰੋਂ ਸਿੱਖਾਂ ਨੂੰ ਆਵਾਜ਼ਾਂ ਮਾਰਦੇ ਸੀ ਕਿ ਸੱਚਾ ਗੁਰੂ ਇੱਥੇ ਬੈਠਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਮੋਰੇ ਕੋਈ ਸਿੱਖ ਨਹੀਂ ਸੀ ਹੋਕਾ ਦੇ ਰਿਹਾ ਕਿ ਸੱਚਾ ਗੁਰੂ ਇੱਥੇ ਬੈਠਾ। ਸੱਚਿਆਂ ਨੂੰ ਜ਼ਰੂਰਤ ਨਹੀਂ ਹੁੰਦੀ ਹੋਕੇ ਦੇਣ ਦੀ। ਹੋਕਾ ਦੇਣ ਦੀ ਲੋੜ ਹਮੇਸ਼ਾ ਝੂਠਿਆਂ ਨੂੰ ਹੁੰਦੀ ਹੈ, ਕਿਉਂਕਿ ਸੱਚ ਤੇ ਸੱਚ ਹੈ। ਝੂਠ ਨੂੰ ਸੱਚ ਸਾਬਿਤ ਕਰਨ ਲਈ ਰੌਲਾ ਪਾਉਣਾ ਪੈਂਦਾ। ਝੂਠ ਜਿੰਨਾ ਠੋਕ ਵਜਾ ਕੇ ਬੋਲਿਆ ਜਾਏਗਾ ਉਨਾ ਹੀ ਸੱਚ ਸਮਝਿਆ ਜਾਏਗਾ। ਇਸ ਲਈ ਖਿਆਲ ਰੱਖਣਾ ਹੈ ਕਿ ਝੂਠਾ ਆਦਮੀ ਬਹੁਤ ਉੱਚੀ ਉੱਚੀ ਬੋਲੇਗਾ, ਟੇਬਲ ਠੋਕ ਠੋਕ ਕੇ ਗੱਲ ਕਰੇਗਾ ਤਾਂ ਕਿ ਸੁਣਨ ਵਾਲਿਆਂ ਨੂੰ ਲੱਗੇ ਕਿ ਮੈਂ ਸੱਚ ਬੋਲ ਰਿਹਾ। ਸੱਚ ਹੌਲੀ ਦੇਣੀ, ਬੜੀ ਸਹਿਜ ਨਾਲ ਬੋਲਿਆ ਜਾਂਦਾ ਹੈ। ਸੱਚ ਸਹਿਜ ਨਾਲ ਬੋਲਿਆ ਜਾਂਦਾ ਹੈ, ਪਰ ਸੱਚ ਦੀ ਆਵਾਜ਼ ਬੜੀ ਉੱਚੀ ਹੁੰਦੀ ਹੈ, ਭਾਵੇਂ ਬੋਲਿਆ ਹੌਲੀ ਜਾਵੇ। ਉਹ ਬਹਿਰਿਆਂ ਦੇ ਵੀ ਕੰਨ ਪਾੜ ਦਿੰਦੀ ਹੈ ਸੱਚ ਦੀ ਆਵਾਜ਼। ਭਾਈ ਮੱਖਣ ਸ਼ਾਹ ਉਸੇ ਵੇਲੇ ਹੈਰਾਨ ਹੋਇਆ ਕਿ ਇੱਥੇ ਤਾਂ ਇਹਨਾਂ ਦੇ ਕੋਲ ਤਾਂ ਕੋਈ ਵੀ ਨਹੀਂ ਹੈ। ਉਸਨੇ ਜਦੋਂ ਆਪਣੀ ਭੇਟਾ ਰੱਖੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਹੱਸ ਕੇ ਕਿਹਾ ਮੱਖਣ ਸ਼ਾਹ ਨੂੰ ਕਿ ਗੁਰੂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ ਭਾਈ, ਜਿੰਨੀ ਅਰਦਾਸ ਕੀਤੀ ਸੀ ਓਨੀ ਬਣਦੀ ਭੇਟਾ ਰੱਖ। ਭਾਈ ਮੱਖਣ ਸ਼ਾਹ ਨੇ ਉਸੇ ਵਕਤ ਸਭ ਕੁਝ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਡਿੱਗ ਪਿਆ ਉਹਨਾਂ ਦੇ ਚਰਨਾਂ ਤੇ ਉੱਚੀ ਆਵਾਜ਼ ਵਿੱਚ ਰੌਲਾ ਪਾਇਆ ਕਿ ਗੁਰ ਲੱਦ ਹੋ ਰਹੇ, ਕਿ ਗੁਰੂ ਲੱਭ ਪਿਆ। ਗੁਰੂ ਗਵਾਚਾ ਨਹੀਂ ਸੀ ਕਿਤੇ, ਇਹ ਖਿਆਲ ਰੱਖਣਾ। ਗੁਰੂ ਕਦਰੇ ਨਹੀਂ ਗਵਾਚਦਾ, ਗੁਰੂ ਤੇ ਹਮੇਸ਼ਾ ਹੀ ਸਾਹਮਣੇ ਹੁੰਦਾ, ਬਸ ਸਾਨੂੰ ਨਜ਼ਰ ਨਹੀਂ ਆਉਂਦਾ। ਅਸੀਂ ਲੋਕ ਇੱਧਰ ਉੱਧਰ ਉਲਝੇ ਰਹਿੰਦੇ ਹਾਂ ਧੀਰਮਲ ਵਰਗੇ ਪਖੰਡੀਆਂ ਕੋਲ। ਉਹ ਤਾਂ ਸਾਹਮਣੇ ਹੀ ਹੈ, ਸਾਨੂੰ ਦਿਖਾਈ ਨਹੀਂ ਦਿੰਦਾ, ਉਹ ਤਾਂ ਪ੍ਰਤੱਖ ਮੌਜੂਦ ਹੈ।
ਉਹ ਤਾਂ ਪ੍ਰਤੱਖ ਮੌਜੂਦ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਤਿਗੁਰੂ ਨੇ ਕਿਹਾ ਨਾ ਕਿ ਗੁਰੂ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਨਿਆਨ, ਕਿ ਉਹਨਾਂ ਵਰਗੀ ਕਿਰਿਆ ਕਿਸੇ ਨੇ ਨਹੀਂ ਕਰੀ। ਸਤਿਗੁਰੂ ਨੇ ਕਿਹਾ ਰੌਲਾ ਨਹੀਂ ਪਾਉਣਾ, ਪਰ ਭਾਈ ਮੱਖਣ ਸ਼ਾਹ ਨੇ ਪਰਵਾਹ ਨਹੀਂ ਕੀਤੀ ਇਸ ਗੱਲ ਦੀ। ਉਹਨੇ ਕਿਹਾ ਜੀ ਜੋ ਸਜ਼ਾ ਦੇਣੀ ਤੁਸੀਂ ਬਾਅਦ 'ਚ ਦੇ ਲਿਓ, ਪਰ ਮੈਂ ਤਾਂ ਰੌਲਾ ਪਾ ਕੇ ਰਹੂੰਗਾ ਕਿ ਗੁਰੂ ਸੱਚਾ ਗੁਰੂ ਇੱਥੇ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਪ੍ਰਗਟ ਕੀਤਾ ਭਾਈ ਮੱਖਣ ਸ਼ਾਹ ਨੇ। ਹੁਣ ਗੁਰੂ ਸਾਹਿਬ ਦੀ ਨਿਮਰਤਾ ਵੇਖੋ ਕਿ ਜਦੋਂ ਗੁਰੂ ਸਾਹਿਬ ਪ੍ਰਗਟ ਹੋ ਗਏ, ਸਭ ਦੇ ਸਾਹਮਣੇ ਤਖਤ ਤੇ ਬੈਠ ਗਏ, ਧੀਰਮਲ ਨੇ ਹਮਲਾ ਕੀਤਾ, ਗੁਰੂ ਸਾਹਿਬ ਦੇ ਉੱਪਰ ਗੋਲੀ ਚਲਾਈ, ਤੇ ਉਹ ਸਾਰਾ ਕੁਝ ਗੁਰੂ ਸਾਹਿਬ ਦੇ ਕੋਲੋਂ ਜੋ ਵੀ ਮਾਇਆ ਸੀ, ਰਸਦਾਂ ਸੀ, ਭੇਟਾ ਸੀ, ਸਭ ਕੁਝ ਚੁੱਕ ਕੇ ਲੈ ਗਿਆ। ਜਦੋਂ ਭਾਈ ਮੱਖਣ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਹਮਲਾ ਹੋਇਆ, ਭਾਈ ਮੱਖਣ ਸ਼ਾਹ ਕੋਈ ਆਮ ਮਾੜਾ ਮੋਟਾ ਆਦਮੀ ਤੇ ਹੈ ਹੀ ਨਹੀਂ ਸੀ। 100 ਘੋੜਸਵਾਰ ਸਿਪਾਹੀ ਉਹਦੇ ਨਾਲ ਚੱਲਦੇ ਸੀ। ਜਦੋਂ ਉਹਨੂੰ ਪਤਾ ਲੱਗਿਆ, ਉਹ ਕਿਧਰੇ ਬਾਹਰ ਗਿਆ ਹੋਇਆ ਸੀ, ਉਹ ਵਾਪਸ ਆਇਆ ਤੇ ਉਹਨੂੰ ਇਹ ਖਬਰ ਮਿਲੀ ਤਾਂ ਉਸਨੇ ਧੀਰਮਲ ਦੇ ਉੱਪਰ ਹਮਲਾ ਕੀਤਾ। ਧੀਰਮਲ ਦੇ ਕੋਲੋਂ ਸਾਰਾ ਕੁਝ ਖੋਹ ਲਿਆ ਹੈ, ਜੋ ਵੀ ਉਹਨੇ ਲੁੱਟਿਆ ਸੀ ਗੁਰੂ ਸਾਹਿਬ ਦੇ ਕੋਲੋਂ ਸਭ ਕੁਝ ਖੋਹ ਲਿਆ ਹੈ, ਤੇ ਜਿਹੜਾ ਸਰੂਪ ਉਹਨਾਂ ਦੇ ਕੋਲ ਗੁਰਬਾਣੀ ਦਾ ਸੀ, ਗੁਰੂ ਗ੍ਰੰਥ ਸਾਹਿਬ ਦਾ, ਉਹ ਵੀ ਲੈ ਆਏ, ਉਹ ਵੀ ਲੈ ਆਏ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਤਾਂ ਗੁਰੂ ਸਾਹਿਬ ਨੇ ਆਖਿਆ ਕਿ ਜਿਹੜੀਆਂ ਜਿਹੜੀਆਂ ਵੀ ਚੀਜ਼ਾਂ ਤੁਸੀਂ ਲੈ ਕੇ ਆਏ ਹੋ ਨਾ ਧੀਰਮਲ ਕੋਲੋਂ, ਸਾਰੀਆਂ ਵਾਪਸ ਕਰਾਓ। ਗੁਰੂ ਸਾਹਿਬ ਦਾ ਹੁਕਮ ਮੰਨਣਾ ਪਿਆ। ਮਾਇਆ ਵੀ ਜਿਹੜੀ ਧੀਰਮਲ ਲੁੱਟ ਕੇ ਲੈ ਕੇ ਗਿਆ ਸੀ, ਉਹ ਵੀ ਸਾਰੀਆਂ ਚੀਜ਼ਾਂ ਮੋੜ ਦਿੱਤੀਆਂ, ਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਮੋੜਿਆ, ਸਰੂਪ ਨਹੀਂ ਮੋੜਿਆ ਸੀ। ਜਦੋਂ ਸਰੂਪ ਨਹੀਂ ਮੋੜਿਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਸਤਿਗੁਰੂ ਜੀ ਇੱਥੋਂ ਬਕਾਲੇ ਤੋਂ ਜਦੋਂ ਚੱਲਦੇ ਨੇ ਅੰਮ੍ਰਿਤਸਰ ਸਾਹਿਬ ਵੱਲ ਨੂੰ, ਸਤਿਗੁਰੂ ਚੱਲ ਪਏ ਤੇ ਸਤਿਗੁਰੂ ਜੀ ਦੇ ਮਗਰ ਮਗਰ ਸਰੂਪ ਨੂੰ ਲੈ ਕੇ ਵੀ ਸਿੱਖ ਚੱਲ ਪਏ, ਪਾਲਕੀ ਵਿੱਚ ਲੈ ਕੇ। ਗੁਰੂ ਸਾਹਿਬ ਰੁਕੇ ਤਾਂ ਉਹਨਾਂ ਨੇ ਪੁੱਛਿਆ ਕਿ ਭਾਈ ਇਸ ਪਾਲਕੀ ਵਿੱਚ ਕੀ ਹੈ? ਸਿੱਖਾਂ ਨੇ ਆਖਿਆ ਜੀ ਇਹਦੇ ਵਿੱਚ ਗੁਰਬਾਣੀ ਦਾ ਸਰੂਪ ਹੈ, ਗੁਰੂ ਗ੍ਰੰਥ ਸਾਹਿਬ। ਸਤਿਗੁਰੂ ਨੇ ਕਿਹਾ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਵਾਪਸ ਕਰਨ ਲਈ ਕਿਹਾ ਸੀ ਤੇ ਤੁਸੀਂ ਇਹ ਸਰੂਪ ਕਿਉਂ ਨਹੀਂ ਵਾਪਸ ਕੀਤਾ? ਉਹਨਾਂ ਨੇ ਕਿਹਾ ਜੀ ਸਾਨੂੰ ਲੱਗਿਆ ਕਿ ਬਾਕੀ ਸਭ ਚੀਜ਼ਾਂ ਵਾਪਸ ਕਰਨੀਆਂ, ਗੁਰਬਾਣੀ ਥੋੜੀ ਉਹਨਾਂ ਨੂੰ ਦੇਣੀ ਹੈ, ਗੁਰਬਾਣੀ ਦੀਆਂ ਪੋਥੀਆਂ ਉਹਨਾਂ ਨੂੰ ਕਿੱਦਾਂ ਦੇ ਦਈਏ? ਸਤਿਗੁਰੂ ਨੇ ਕਿਹਾ ਨਹੀਂ, ਇਹ ਧੀਰਮਲ ਹੋਣਾ ਕੋਲ ਹੀ ਹੈ ਸ਼ੁਰੂ ਤੋਂ, ਇਹ ਸਰੂਪ ਇਹ ਉਹਨਾਂ ਕੋਲ ਹੀ ਰਹੇਗਾ, ਉਹਨਾਂ ਨੂੰ ਵਾਪਸ ਕਰ ਦਿਓ। ਸਤਿਗੁਰੂ ਨੇ ਕਿਹਾ ਇੱਥੇ ਰੁਕੋ, ਧੀਰਮਲ ਨੂੰ ਸੁਨੇਹਾ ਭੇਜੋ ਕਿ ਆਪਣਾ ਇੱਥੋਂ ਸਰੂਪ ਲੈ ਜਾਵੇ। ਧੀਰਮਲ ਨੂੰ ਸੁਨੇਹਾ ਭੇਜਿਆ ਪਰ ਉਹ ਆਇਆ ਨਹੀਂ, ਕਿਉਂਕਿ ਉਹਨੂੰ ਲੱਗਿਆ ਕਿ ਮੈਂ ਜਾਵਾਂਗਾ ਤੇ ਦੁਬਾਰਾ ਫਿਰ ਮੈਨੂੰ ਸਿੱਖ ਮੇਰੇ ਤੇ ਹਮਲਾ ਕਰਨਗੇ, ਮੈਨੂੰ ਮਾਰ ਦੇਣਗੇ। ਗੁਰੂ ਸਾਹਿਬ ਨੇ ਆਖਿਆ ਕਿ ਉਹਨੇ ਇੰਜ ਨਹੀਂ ਆਉਣਾ, ਇੰਜ ਕਰੋ ਇੱਥੇ ਹੀ ਸਰੂਪ ਰਹਿਣ ਦਿਓ, ਕੁਝ ਸਿੱਖ ਇੱਥੇ ਰੁਕੋ, ਪਹਿਰਾ ਦਿਓ ਇੱਥੇ, ਤੇ ਧੀਰਮਲ ਨੂੰ ਸੁਨੇਹਾ ਦੇ ਦਿਓ ਕਿ ਅਸੀਂ ਇੱਥੋਂ ਜਾ ਰਹੇ ਹਾਂ, ਉਹ ਆ ਕੇ ਸਰੂਪ ਲੈ ਜਾਏ। ਗੁਰੂ ਸਾਹਿਬ ਉੱਥੋਂ ਅੰਮ੍ਰਿਤਸਰ ਸਾਹਿਬ ਨੂੰ ਚਲੇ ਗਏ ਤੇ ਉਸ ਥਾਂ ਜਿੱਥੇ ਇਹ ਸਰੂਪ ਰੱਖਿਆ ਸੀ, ਉਸ ਥਾਂ ਨੂੰ ਅੱਜ ਕੱਲ੍ਹ ਗੁਰਦੁਆਰਾ ਅਮਾਨਤਸਰ ਸਾਹਿਬ ਕਹਿੰਦੇ ਨੇ। ਅਮਾਨਤ ਕਿ ਅਮਾਨਤ, ਇਹ ਧੀਰਮਲ ਦੀ ਅਮਾਨਤ ਹੈ, ਅਮਾਨਤਸਰ ਸਾਹਿਬ। ਧੀਰਮਲ ਨੂੰ ਸੁਨੇਹਾ ਭੇਜਿਆ, ਧੀਰਮਲ ਆਇਆ ਤੇ ਉਹ ਉੱਥੋਂ ਸਤਿਗੁਰੂ ਜੀ ਦੀ ਬਾਣੀ ਦਾ ਸਰੂਪ ਲੈ ਕੇ ਗਿਆ, ਜਿਹੜਾ ਅੱਜ ਵੀ ਧੀਰਮਲੀਆਂ ਕੋਲ ਹੈ। ਅੱਜ ਵੀ ਉਹਨਾਂ ਦੇ ਕੋਲ ਉਹ ਸਰੂਪ ਹੈ, ਕਰਤਾਰਪੁਰ ਸਾਹਿਬ ਜਿਹੜਾ ਪਿਆ। ਇਸ ਲਈ ਇੱਥੋਂ ਸਤਿਗੁਰੂ ਜੀ ਫਿਰ ਅੰਮ੍ਰਿਤਸਰ ਸਾਹਿਬ ਚਲੇ ਗਏ। ਅੰਮ੍ਰਿਤਸਰ ਸਾਹਿਬ ਮਸੰਦਾਂ ਨੇ ਕਿਵੇਂ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਤੁਸੀਂ ਜਾਣਦੇ ਹੋ। ਅੰਮ੍ਰਿਤਸਰ ਸਾਹਿਬ ਤੋਂ ਸਤਿਗੁਰੂ ਵੱਲਾ ਪਿੰਡ ਪਹੁੰਚੇ। ਵੱਲੇ ਪਿੰਡ ਵਿੱਚ ਆਏ ਤਾਂ ਵੱਲੇ ਦੀਆਂ ਸੰਗਤਾਂ ਨੇ ਬਹੁਤ ਗੁਰੂ ਸਾਹਿਬ ਦੀ ਸੇਵਾ ਕੀਤੀ, ਬੜੀ ਸੇਵਾ ਕਰੀ, ਤੇ ਗੁਰੂ ਸਾਹਿਬ ਨੇ ਵੱਲੇ ਦੀਆਂ ਸੰਗਤਾਂ ਨੂੰ ਇੱਕ ਆਪਣੀ ਪਵਿੱਤਰ ਜ਼ੁਬਾਨ ਤੋਂ ਇੱਕ ਸ਼ਬਦ ਕਿਹਾ ਕਿ ਵੱਲਾ ਗੁਰੂ ਕਾ ਗੱਲਾ, ਕਿ ਇਹ ਗੁਰੂ ਕਾ ਗੱਲਾ ਹੈ, ਇੱਥੇ ਕਦੀ ਕਮੀ ਨਹੀਂ ਆਵੇਗੀ। ਇਹ ਗੁਰੂ ਦਾ ਗੱਲਾ ਕਿ ਇੱਥੇ ਮਾਇਆ ਦਾ ਕਦੇ ਅੰਤ ਨਹੀਂ ਹੋਵੇਗਾ। ਬੀਬੀਆਂ ਨੇ ਬੜੀ ਸੇਵਾ ਕੀਤੀ, ਇਸ ਲਈ ਗੁਰੂ ਸਾਹਿਬ ਨੇ ਮਾਈਆਂ ਰੱਬ ਰਜਾਈਆਂ ਕਿਹਾ। ਤੇ ਜਿਹੜੇ ਮਸੰਦ ਸਨ ਉਹਨਾਂ ਨੂੰ ਸਤਿਗੁਰੂ ਨੇ ਅੰਦਰ ਸੜੀਏ ਆਖਿਆ।
कि इन्हां दा अंदर माया दे लोभ करके माया दे करके सड़ गया, इस करके ये अमृतसरीए नहीं हैगे, ये मसंद अंदर सड़ीए ने। अमृतसर वालियां नूं नहीं कहा गुरु साहब ने, गुरु साहब ने कहा जिहड़े मसंद सन, जिन्हां ने माया दी खातर अपना अंदर साड़ लिया सी, उन्हां नूं गुरु साहब ने कहा अंदर सड़ीए, अमृतसर नूं नहीं गुरु साहब ने कहा। खैर, इस तरह गुरु तेग बहादुर साहब महाराज फिर इस इलाके विच विचरदियां होया फिर कीरतपुर साहब आउंदे ने। कीरतपुर साहब आके सतगुरु ने फिर आनंदां दी पुरी, उस पवित्र आनंदपुर साहब दी नींह रखी, ਜ਼ਮੀਨ खरीद के आनंदपुर साहब नगर वसाया, ਜਿਹਨੂੰ ਪਹਿਲਾਂ ਚੱਕ ਨਾਨਕੀ ਕਿਹਾ ਗਿਆ, ਬਾਅਦ ਵਿੱਚ ਉਸ ਦਾ ਨਾਮ ਆਨੰਦਪੁਰ ਸਾਹਿਬ ਰੱਖਿਆ ਗਿਆ। ਇਸੇ ਆਨੰਦਪੁਰ ਦੇ ਵਿੱਚ ਫਿਰ ਕਸ਼ਮੀਰ ਤੋਂ ਚੱਲ ਕੇ ਪੰਡਤ ਆਉਂਦੇ ਨੇ ਭਾਈ ਕਿਰਪਾ ਰਾਮ ਦੀ ਅਗਵਾਈ ਵਿੱਚ। ਕਿਰਪਾ ਰਾਮ ਗੁਰੂ ਸਾਹਿਬ ਦਾ ਸਿੱਖ ਹੈ। ਕਿਰਪਾ ਰਾਮ ਦਾ ਪਰਿਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਸਿੱਖ ਸਜਿਆ। ਪੰਡਤ ਬ੍ਰਹਮਦਾਸ ਜੀ ਦੀ ਗੁਰੂ ਨਾਨਕ ਸਾਹਿਬ ਨਾਲ ਚਰਚਾ ਹੋਈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਪਦੇਸ਼ ਵਿੱਚ ਦਿੱਤਾ ਸੀ ਕਿ ਪੜ ਪੜ ਗੱਡੀ ਲੱਦੀਆਂ। ਉਹ ਬ੍ਰਹਮਦਾਸ, ਉਸ ਬ੍ਰਹਮਦਾਸ ਦਾ ਪੜਪੋਤਾ ਹੈ ਕਿਰਪਾ ਰਾਮ। ਬ੍ਰਹਮਦਾਸ ਦਾ ਪੁੱਤਰ ਨਾਰਾਇਣ ਦਾਸ, ਨਾਰਾਇਣ ਦਾਸ ਦਾ ਪੁੱਤਰ ਅੜੂ ਰਾਮ, ਅੜੂ ਰਾਮ ਦਾ ਪੁੱਤਰ ਕਿਰਪਾ ਰਾਮ। ਇਹ ਗੁਰੂ ਸਾਹਿਬ ਦੇ ਸਿੱਖ ਨੇ। ਕਿਰਪਾ ਰਾਮ ਇਹ ਸਿੱਖਾਂ ਦੇ ਘਰ ਦੇ ਵਿੱਚ ਹੀ ਇਹਨਾਂ ਦਾ ਵਿਆਹ ਹੈ, ਵਿਆਹ ਹੋਇਆ। ਤੇ ਇਹਦਾ ਜਿਹੜਾ ਸੰਬੰਧ ਹੈ ਭਾਈ ਪਰਾਗਾ, ਭਾਈ ਪਰਾਗੇ ਦੀ ਭੈਣ ਜਿਹੜੀ ਹੈ ਉਹ ਇਹਨਾਂ ਦੇ ਘਰ ਵਿਆਹੀ ਹੋਈ ਹੈ ਤੇ ਉਹਦੀ ਕੁੱਖ ਦੇ ਵਿੱਚੋਂ ਕਿਰਪਾ ਰਾਮ ਦਾ ਜਨਮ ਹੁੰਦਾ। ਇਸ ਲਈ ਇਹ ਜਿਹੜਾ ਕਿਰਪਾ ਰਾਮ ਦਾ ਪਰਿਵਾਰ ਹੈ ਇਹ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਹੈ, ਪੰਡਤ ਨਹੀਂ ਹੈ ਕਿਰਪਾ ਰਾਮ, ਇਹ ਖਿਆਲ ਰੱਖਣਾ। ਹਾਂ, ਉਹਨੂੰ ਕਹਿੰਦੇ ਜ਼ਰੂਰ ਆ ਪੰਡਤ, ਕਿਉਂਕਿ ਪੰਡਤਾਂ ਦੇ ਘਰ ਵਿੱਚ ਜਨਮ ਹੋਇਆ, ਬ੍ਰਹਮਦਾਸ ਦੀ ਪੀੜ੍ਹੀ ਹੈ ਇਹ। ਤੇ ਇਹ ਸਿੱਖ ਨੇ। ਇਹਨੂੰ ਲੈ ਕੇ ਕਸ਼ਮੀਰ ਦੇ ਪੰਡਤ ਕਿਰਪਾ ਰਾਮ ਨੂੰ ਲੈ ਕੇ ਆਉਂਦੇ ਨੇ ਕਿ ਸਾਨੂੰ ਲੈ ਕੇ ਚੱਲੋ ਗੁਰੂ ਤੇਗ ਬਹਾਦਰ ਦੇ ਕੋਲ, ਕਿਉਂਕਿ ਤੁਸੀਂ ਉਹਨਾਂ ਦੇ ਸਿੱਖ ਹੋ, ਤੁਸੀਂ ਉਹਨਾਂ ਦੇ ਸੇਵਕ ਹੋ, ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਲੈ ਕੇ ਜਾਓ, ਕਿਉਂਕਿ ਸਾਡੀ ਭਾਰਤ ਦੇ ਵਿੱਚੋਂ ਕਿਸੇ ਨੇ ਮਦਦ ਨਹੀਂ ਕੀਤੀ। ਸਾਖੀਕਾਰ ਕਹਿੰਦੇ ਨੇ ਕਿ ਕਸ਼ਮੀਰ ਦੇ ਪੰਡਤਾਂ ਨੇ ਭਾਰਤ ਦੇ ਵਿੱਚ ਵੱਖ-ਵੱਖ ਥਾਈਂ ਜਿਹੜੇ ਹਿੰਦੂ ਸੰਗਠਨ ਸਨ, ਵੱਖ-ਵੱਖ ਮੰਦਰਾਂ ਦੇ ਪੁਰੀਆਂ ਦੇ, ਉਹਨਾਂ ਨੂੰ ਜਾ ਕੇ ਕਿਹਾ ਕਿ ਸਾਡੇ ਤੇ ਆ ਮੁਸੀਬਤ ਪਈ ਹੈ, ਸਾਡੀ ਮਦਦ ਕਰੋ, ਪਰ ਕਿਸੇ ਨੇ ਨਹੀਂ ਮਦਦ ਕਰੀ। ਉਸ ਤੋਂ ਬਾਅਦ ਫਿਰ ਉਹ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਆਨੰਦਪੁਰ ਸਾਹਿਬ ਆਏ। ਆਨੰਦਪੁਰ ਸਾਹਿਬ ਆਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਰਪਾ ਰਾਮ ਨੂੰ ਦੇਖ ਕੇ ਪੁੱਛਿਆ ਕਿ ਭਾਈ ਇਹ ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਲੈ ਕੇ ਆਏ ਹੋ ਕੀ ਗੱਲ ਹੈ, ਬੜੇ ਦੁਖੀ ਲੋਕ ਜਾਪਦੇ ਨੇ। ਤਾਂ ਕਿਰਪਾ ਰਾਮ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਆਹ ਮੁਸੀਬਤ ਇਹਨਾਂ ਤੇ ਆ ਪਈ ਹੈ, ਔਰੰਗਜ਼ੇਬ ਨੇ ਇਹਨਾਂ ਨੂੰ ਹੁਕਮ ਕੀਤਾ ਕਿ ਜਾਂ ਤਾਂ ਇਸਲਾਮ ਕਬੂਲ ਕਰ ਲਓ ਜਾਂ ਮੌਤ। ਇਸਲਾਮ ਕਬੂਲ ਕਰਨਾ ਨਹੀਂ ਚਾਹੁੰਦੇ, ਮੌਤ ਤੋਂ ਡਰਦੇ ਨੇ, ਇਸ ਲਈ ਤੁਹਾਡੀ ਸ਼ਰਨ ਵਿੱਚ ਆਏ ਨੇ, ਤੁਸੀਂ ਕਿਰਪਾ ਕਰੋ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਕਿ ਭਾਈ ਧਰਮ ਨੂੰ ਬਚਾਉਣ ਵਾਸਤੇ ਹਮੇਸ਼ਾ ਕੁਰਬਾਨੀ ਦੀ ਲੋੜ ਪੈਂਦੀ ਹੈ, ਕੁਰਬਾਨੀਆਂ ਤੋਂ ਬਿਨਾਂ ਧਰਮ ਨਹੀਂ ਬਚਦਾ। ਕਿ ਸਿਰ ਦਿੱਤਿਆਂ ਬਾਜ ਨਹੀਂ, ਇਹ ਧਰਮ ਨਹੀਂ ਰਹਿੰਦੇ ਸਿਰ ਦਿੱਤੇ ਬਿਨਾਂ। ਜੇ ਕੋਈ ਸਿਰ ਦੇਣ ਲਈ ਤਿਆਰ ਹੈ ਤਾਂ ਧਰਮ ਬਚੇਗਾ, ਨਹੀਂ ਤੇ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਕਿ ਕੁਰਬਾਨੀ ਮੰਗਦਾ ਹੈ ਧਰਮ। ਤਾਂ ਉਹਨਾਂ ਨੇ ਆਖਿਆ ਜੀ ਸਾਨੂੰ ਇਸ ਗੱਲ ਦਾ ਗਿਆਨ ਨਹੀਂ ਹੈ, ਤੁਸੀਂ ਹੀ ਸਪਸ਼ਟ ਕਰਕੇ ਸਮਝਾਓ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਤੁਸੀਂ ਜਾਓ, ਜਾ ਕੇ ਕਸ਼ਮੀਰ ਦਾ ਜਿਹੜਾ ਗਵਰਨਰ ਹੈ ਉਸ ਨੂੰ ਸਾਡੇ ਤਰਫੋਂ ਇਹ ਸੁਨੇਹਾ ਦੇ ਦਿਓ ਕਿ ਜੇ ਗੁਰੂ ਤੇਗ ਬਹਾਦਰ ਨੂੰ ਮੁਗਲ ਹਕੂਮਤ ਮੁਸਲਮਾਨ ਬਣਾ ਲੈਗੀ ਤਾਂ ਅਸੀਂ ਸਾਰੇ ਬਿਨਾਂ ਕਿਸੇ ਸ਼ਰਤ ਤੋਂ ਮੁਸਲਮਾਨ ਹੋ ਜਾਵਾਂਗੇ, ਪਰ ਜੇ ਗੁਰੂ ਤੇਗ ਬਹਾਦਰ ਇਸਲਾਮ ਨਾ ਕਬੂਲ ਕਰਨ ਤਾਂ ਫਿਰ ਕੋਈ ਵੀ ਨਹੀਂ ਕਰੇਗਾ। ਉਹਨਾਂ ਨੇ ਇਸੇ ਤਰ੍ਹਾਂ ਜਾ ਕੇ ਕਿਹਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਤੋਂ ਸਤਿਗੁਰੂ ਚੱਲ ਪੈਂਦੇ ਨੇ ਦਿੱਲੀ ਵੱਲ ਨੂੰ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਕੁਝ ਦਿਨ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ, ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ। ਉਹਨਾਂ ਦੇ ਸਾਹਮਣੇ ਅੱਜ ਦੇ ਦਿਨ
ਭਾਈ ਸਤੀ ਦਾਸ, ਮਤੀ ਦਾਸ ਤੇ ਭਾਈ ਦਿਆਲੇ ਨੂੰ ਪਹਿਲਾਂ ਕਤਲ ਕੀਤਾ ਜਾਂਦਾ ਹੈ, ਇਸ ਲਈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਵਿੱਚ ਡਰ ਪੈਦਾ ਕੀਤਾ ਜਾ ਸਕੇ ਕਿ ਤੁਹਾਡੇ ਸਿੱਖਾਂ ਨਾਲ ਆਹ ਹਾਲ ਹੋਇਆ। ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖ ਕੇ ਉਹਦੇ ਸਰੀਰ ਨੂੰ 2 ਹਿੱਸਿਆਂ ਵਿੱਚ ਪਾੜ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ। ਭਾਈ ਦਿਆਲੇ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਡਰਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੇ। ਫਿਰ ਉਹਨਾਂ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਤੁਹਾਡੇ ਨਾਲ ਵੀ ਇਹੀ ਸਲੂਕ ਹੋਏਗਾ, ਇਸਲਾਮ ਕਬੂਲ ਕਰ ਲਓ। ਪਰ ਗੁਰੂ ਸਾਹਿਬ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਅੱਜ ਦੇ ਦਿਨ ਉਹਨਾਂ ਨੂੰ ਧੜ ਨਾਲੋਂ ਸੀਸ ਜੁਦਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੱਜ ਦੇ ਦਿਨ ਸ਼ਹਾਦਤ ਹੋਈ। ਫਿਰ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਧੜ ਅਤੇ ਸੀਸ ਨੂੰ ਬੜੀ ਜੱਦੋ-ਜਹਿਦ ਅਤੇ ਕੁਰਬਾਨੀ ਕਰਕੇ ਉਹਨਾਂ ਨੇ ਸੀਸ ਨੂੰ ਆਨੰਦਪੁਰ ਸਾਹਿਬ ਅਤੇ ਧੜ ਨੂੰ ਦਿੱਲੀ ਦੇ ਵਿੱਚ ਹੀ ਉਹਨਾਂ ਨੇ ਸੰਸਕਾਰ ਕਰ ਦਿੱਤਾ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ। ਉਹਨਾਂ ਦੀ ਸ਼ਹਾਦਤ ਤੇ ਗੁਰਸਿੱਖਾਂ ਦੀ ਸ਼ਹਾਦਤ ਤੇ ਉਹਨਾਂ ਦੇ ਚਰਨਾਂ ਵਿੱਚ ਕੋਟਾਨ ਕੋਟ ਪ੍ਰਣਾਮ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।